रेडियो इंडिया KRPA 1110 AM ਨਾਲ ਜੁੜੇ ਸਮੂਹ ਸਰੋਤਿਆਂ ਦਾ ਪ੍ਰੋਗਰਾਮ ਦਾ ਸੰਡੇ ਸ਼ੋ ਵਿਦ ਲਵਲੀਨ ਗਿੱਲ ਦੇ ਵਿੱਚ ਹਾਰਦਿਕ ਸਵਾਗਤ ਹੈ। ਮੇਰੇ ਯਾਨੀ ਪ੍ਰੋਗਰਾਮ ਹੋਸਟ ਬਲਦੇਵ ਸਿੰਘ ਭਾਮ ਵੱਲੋਂ ਪਿਆਰ ਤੇ ਸਤਿਕਾਰ ਨਾਲ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ ਪ੍ਰਵਾਨ ਕਰਿਓ। ਜੇਕਰ ਤੁਸੀਂ ਸਾਰੀ ਦੁਨੀਆ ਵਿੱਚ ਕਿਤੇ ਵੀ ਬੈਠ ਕੇ ਸਾਨੂੰ ਲਾਈਵ ਸੁਣਨਾ ਚਾਹੁੰਦੇ ਹੋ ਤਾਂ radioindia.ca ਸਾਡੀ ਵੈਬਸਾਈਟ ਹੈ। ਇਸ ਵੈਬਸਾਈਟ ਤੇ ਜਾ ਕੇ ਕਿਸੇ ਵੀ ਵਕਤ ਤੇ ਕਿਤੇ ਵੀ ਬੈਠ ਕੇ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ, ਸਾਨੂੰ ਸੁਣ ਸਕਦੇ ਹੋ। ਗੂਗਲ ਪਲੇ ਸਟੋਰ ਅਤੇ ਐਪਲ ਪਲੇ ਸਟੋਰ ਦੇ ਉੱਪਰ ਸਾਡੀ ਐਪ ਵੀ ਮੌਜੂਦ ਹੈ। ਐਪ ਡਾਊਨਲੋਡ ਕਰ ਲਓ, ਫਿਰ ਬਾਕੀ ਝੰਜਟਾਂ ਤੋਂ ਨਿਜਾਤ ਮਿਲੇਗੀ ਤੇ ਸਿਰਫ ਇੱਕ ਬਟਨ ਦਬਾ ਕੇ ਹੀ ਤੁਸੀਂ ਸਾਨੂੰ ਸੁਣ ਸਕੋਗੇ। ਸਾਡਾ ਸਟੂਡੀਓ ਦਾ ਨੰਬਰ ਹੈ 604 592 9191 604 592 9191। ਦਾ ਸੰਡੇ ਸ਼ੋਅ ਦੇ ਨਿਰਧਾਰਤ 4 ਪੜਾਵੀ ਪ੍ਰੋਗਰਾਮ ਨੂੰ ਵਿਸਥਾਰ ਦੇਣ ਦੇ ਲਈ ਸਾਡੇ ਨਾਲ ਰੇਡੀਓ ਇੰਡੀਆ ਦੇ ਡਾਇਰੈਕਟਰ ਆਫ ਰਿਸਰਚ ਤੇ ਬੈਰਿਸਟਰ ਲਵਲੀਨ ਸਿੰਘ ਜੀ ਗਿੱਲ ਸਟੂਡੀਓ ਦੇ ਵਿੱਚ ਸਾਡੇ ਨਾਲ ਮੌਜੂਦ ਨੇ। ਪਹਿਲਾਂ ਉਹਨਾਂ ਦਾ ਸਵਾਗਤ ਕਰ ਲਈਏ, ਫਿਰ ਅਸੀਂ ਪੜਾਅ ਦਰ ਪੜਾਅ ਅੱਗੇ ਵਧਾਂਗੇ। ਗਿੱਲ ਸਾਹਿਬ, ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਦਾ ਸੰਡੇ ਸ਼ੋਅ ਵਿੱਚ। ਬਹੁਤ ਸ਼ੁਕਰੀਆ ਭੰਮ ਸਾਹਿਬ ਜੀ। ਸੋ ਗਿੱਲ ਸਾਹਿਬ, 11 ਤਰੀਕ ਨੂੰ ਆਉਂਦੇ ਨੂੰ ਰਿਮੈਂਬਰੈਂਸ ਡੇ ਹੈ ਜੀ, ਔਰ ਰਿਮੈਂਬਰੈਂਸ ਡੇ ਦਾ ਜਿਹੜਾ ਇਤਿਹਾਸ ਅਸੀਂ ਤੁਹਾਡੇ ਤੋਂ ਜਾਣਨਾ ਚਾਹੁੰਦੇ ਸੀ ਕਿ ਕਿਉਂ ਮਨਾਇਆ ਜਾਂਦਾ ਹੈ। ਔਰ ਅਸੀਂ ਦੇਖਦੇ ਹਾਂ ਕਿ ਪੌਪੀ ਫਲਾਵਰਸ ਜਿਹੜੇ ਆ ਉਹ ਸਾਰਿਆਂ ਦੇ ਇੱਥੇ ਲੱਗੇ ਹੁੰਦੇ ਆ ਕੋਟਾਂ ਤੇ, ਉਹਦਾ ਕੀ ਮਹੱਤਵ ਹੈ ਜੀ ਤੇ ਕਿਉਂ ਉਹ ਲਾਏ ਜਾਂਦੇ ਨੇ? ਭੰਮ ਸਾਹਿਬ, शहीदों की चिताओं पर लगेंगे हर बरस मेले जी, वतन पे मर मिटने वालों का यही बाकी निशान होगा जी। ਰਿਮੈਂਬਰੈਂਸ ਡੇ ਜਦੋਂ ਇਹਦਾ ਨਾਮ ਵੀ ਸਾਨੂੰ ਇਸ਼ਾਰਾ ਕਰਦਾ ਵੀ ਕਿਸੇ ਦੀ ਯਾਦ ਦੇ ਵਿੱਚ ਮਨਾਇਆ ਜਾਂਦਾ ਹੈ ਰਿਮੈਂਬਰੈਂਸ ਡੇ, ਰਿਮੈਂਬਰ ਕਰਨ ਦੇ ਵਾਸਤੇ ਜੀ। ਰਿਮੈਂਬਰੈਂਸ ਡੇ ਦਰਅਸਲ ਜਿਹੜੇ ਵੱਖ-ਵੱਖ ਜੰਗਾਂ ਦੇ ਵਿੱਚ ਆਪਣੇ ਵਤਨ ਦੀ, ਆਪਣੇ ਦੇਸ਼ ਦੀ, ਆਪਣੀ ਸੁਸਾਇਟੀ ਦੀ ਆਜ਼ਾਦੀ ਨੂੰ ਜੀ, ਉਸ ਦੇ ਸਿਵਲਾਈਜੇਸ਼ਨ ਨੂੰ, ਬੁਨਿਆਦੀ ਜੀਵਨ ਜੀਣ ਦੇ ਤਰੀਕੇ ਦੀ ਰਖਵਾਲੀ ਕਰਨ ਦੇ ਵਾਸਤੇ ਆਪਣੀ ਜਾਨ ਗਵਾਉਣ ਵਾਲੇ ਸਿਪਾਹੀਆਂ ਦੀ ਜੀ ਯਾਦ ਦੇ ਵਿੱਚ ਮਨਾਇਆ ਜਾਂਦਾ ਜੀ। ਖਾਸ ਤੌਰ ਤੇ ਫਸਟ ਵਰਲਡ ਵਾਰ ਦੇ ਵਿੱਚ ਜੀ, ਜਿਨ੍ਹਾਂ ਦੀਆਂ ਸ਼ਹਾਦਤਾਂ ਹੋਈਆਂ। ਕੈਨੇਡਾ ਦੇ ਸੰਦਰਭ ਦੇ ਵਿੱਚ ਵੈਸੇ ਤਾਂ ਜਿੰਨੇ ਵੀ ਐਲਾਈਡ ਕੰਟਰੀਜ਼ ਹੈ ਸਾਰਿਆਂ 'ਚ ਕਿਸੇ ਨਾ ਕਿਸੇ ਰੂਪ ਦੇ ਵਿੱਚ ਰਿਮੈਂਬਰੈਂਸ ਡੇ ਮਨਾਇਆ ਜਾਂਦਾ। ਤੁਸੀਂ ਦੇਖਿਆ ਹੋਊਗਾ ਇੰਗਲੈਂਡ ਦੇ ਵਿੱਚ ਵੀ ਪੌਪੀ ਫਲਾਵਰ ਲੱਗੇ ਹੋਏ ਨੇ ਜੀ। ਜੇ ਤੁਸੀਂ ਹਾਊਸ ਆਫ ਕਾਮਨਸ ਦੀ ਉੱਥੇ ਦੇਖੋ ਕਾਰਵਾਈ, ਪੌਪੀ ਫਲਾਵਰ ਸਾਰਿਆਂ ਦੇ ਲੱਗੇ ਹੋਏ ਨੇ। ਕੈਨੇਡਾ ਦੇ ਵਿੱਚ ਵੀ ਲੱਗੇ ਹੋਏ ਨੇ ਕਿਉਂਕਿ ਇਹ ਐਲਾਈਡ ਪਾਵਰ ਸੀਗੀਆਂ ਜੀ। ਇੰਗਲੈਂਡ ਤਾਂ, ਕੈਨੇਡਾ ਤਾਂ ਵੈਸੇ ਹੀ ਕਾਮਨਵੈਲਥ ਦਾ ਐਮਪਾਇਰ ਦਾ ਹਿੱਸਾ ਸੀ, ਅੱਜ ਵੀ ਹੈ ਜੀ। ਉਦੋਂ ਜਿਹੜੀ ਜੰਗ ਹੈ ਉਹ ਐਲਾਈਡ ਤੇ ਐਕਸਿਸ ਪਾਵਰ, ਜਿਹਦੇ ਇੱਕ ਪਾਸੇ ਜਰਮਨੀ, ਟਰਕਿਸ਼ ਐਮਪਾਇਰ ਜਿਹੜਾ ਆਟੋਮਨ ਐਮਪਾਇਰ ਉਸ ਵੇਲੇ ਉਸਨੂੰ ਕਿਹਾ ਜਾਂਦਾ ਸੀ ਜੀ, ਤੇ ਉਹਨਾਂ ਦੇ ਇਤਿਹਾਦੀ, ਦੂਸਰੇ ਪਾਸੇ ਐਲਾਈਡ ਪਾਵਰਸ ਫਰਾਂਸ, ਇੰਗਲੈਂਡ ਦੇ ਨਾਲ ਸਾਰਾ ਕਾਮਨਵੈਲਥ ਆ ਗਿਆ ਜੀ। ਦੂਸਰੇ ਪਾਸੇ ਇਹ ਪਾਵਰ ਸੀ ਫਸਟ ਵਰਲਡ ਵਾਰ ਦੇ ਵਿੱਚ। ਹੁਣ ਹੋਇਆ ਕਿ ਦਰਅਸਲ ਜੇ ਆਪਾਂ ਇਤਿਹਾਸਕ ਤੌਰ ਤੇ ਦੇਖੀਏ, ਇਸ ਨੂੰ ਰਿਮੈਂਬਰੈਂਸ ਡੇ ਨੂੰ ਪਹਿਲਾਂ ਆਰਮਟਾਈਸ ਡੇ ਕਿਹਾ ਜਾਂਦਾ ਸੀ। ਆਰਮਸਟਾਈਸ, ਸੰਧੀ, ਯੁੱਧਬੰਦੀ ਜੀ, ਕਿਉਂਕਿ 6 ਨਵੰਬਰ ਨੂੰ ਜੀ ਯੁੱਧਬੰਦੀ ਦੇ ਉੱਤੇ ਸਿਗਨੇਚਰ ਕੀਤੇ ਸੀ। ਇੱਕ ਤਰ੍ਹਾਂ ਜਿਹੜੀ 1918 ਨੂੰ ਜੀ ਰਿਮੈਂਬਰੈਂਸ, ਉਸ ਦਿਹਾੜੇ ਨੂੰ ਰਿਮੈਂਬਰ ਕਰਨ ਦੇ ਵਾਸਤੇ ਜੀ ਇਹ ਰਿਮੈਂਬਰੈਂਸ ਡੇ ਮਨਾਇਆ ਜਾਂਦਾ ਹੈ ਕਿਉਂਕਿ 1918 6 ਨਵੰਬਰ 1918 ਨੂੰ ਜੀ ਜਰਮਨੀ ਨੇ ਆਰਮਸਟਾਈਸ ਜਿਹੜੀ ਟ੍ਰੀਟੀ ਸੀ ਉਸ ਦੇ ਉੱਤੇ ਸਾਈਨ ਕੀਤਾ ਸੀ ਜੀ। ਤੇ ਜਿਹੜੀ ਯੁੱਧਬੰਦੀ ਹੈ ਉਹ 11 ਵਜੇ 11 ਤਰੀਕ ਨੂੰ 1918 ਨੂੰ ਸੋਮਵਾਰ ਵਾਲੇ, ਮੰਡੇ ਵਾਲੇ ਦਿਨ ਉਹ ਲਾਗੂ ਹੋਈ ਸੀ ਜੀ। ਸੋ ਇਸ ਲਈ ਤੁਸੀਂ ਦੇਖਦੇ ਹੋ ਕਿ 1 ਨਵੰਬਰ ਤੋਂ ਲੈ ਕੇ 11 ਨਵੰਬਰ ਤੱਕ 11 ਨਵੰਬਰ ਨੂੰ 11ਵਾਂ ਮਹੀਨਾ 11 ਤਰੀਕ 11 ਵਜੇ ਉਦੋਂ ਤੱਕ ਜਿਹੜੇ ਪੌਪੀ ਦੇ ਫਲਾਵਰ ਨੇ ਉਹ ਪਹਿਨੇ ਜਾਂਦੇ ਨੇ। ਉਸ ਵੇਲੇ ਜਿਹੜੀ ਸੈਰੇਮਨੀ ਆ ਉਹ ਕੀਤੀ ਜਾਂਦੀ ਹੈ। ਸੈਰੇਮਨੀ ਦੇ ਵਿੱਚ
ਫਿਰ ਜਿਹੜੇ ਉਹਨਾਂ ਸ਼ਹੀਦਾਂ ਦੀ ਫੌਜੀ ਵੀਰਾਂ ਦੀ ਜਿਹੜੀ ਸਮਾਰਕ ਹੁੰਦੀ ਹੈ ਉਸ ਦੇ ਉੱਤੇ ਜਿਹੜੇ ਪੌਪੀ ਦੇ ਫਲਾਵਰ ਨੇ ਉਹ ਭੇਂਟ ਕੀਤੇ ਜਾਂਦੇ ਨੇ ਜੀ, ਉਹ ਅਰਪਣ ਕੀਤੇ ਜਾਂਦੇ ਨੇ। ਸੋ ਭਾਮ ਸਾਹਿਬ ਇਹ ਆਰਮਸਟਿਸ ਐਗਰੀਮੈਂਟ ਜਿਹੜਾ ਸਾਈਨ ਹੋਇਆ ਸੀ ਜਰਮਨੀ ਤੇ ਐਲਾਈਡ ਫੋਰਸਿਸ ਦੇ ਵਿੱਚ ਪੈਰਿਸ ਦੇ ਵਿੱਚ ਮੰਡੇ 11 ਨਵੰਬਰ 1918 ਜੀ ਸਵੇਰੇ 5 ਵਜੇ ਹੋਇਆ ਸੀ, ਪਰ ਜਿਹੜੀ ਸੀਜ਼ ਫਾਇਰ ਹੈ ਉਹ 11 ਵਜੇ ਲਾਗੂ ਹੋਈ ਸੀ ਜੀ। ਸੋ ਇਸ ਲਈ ਇਹ ਦਿਨ, ਇਹ ਸਮਾਂ ਤੇ ਇਹ ਤਾਰੀਖ ਜਿਹੜੀ ਹੈ ਉਹ ਮੁਕਰਰ ਹੋਈ। ਖਾਸ ਬਤੌਰ ਹੈ। ਸੋ ਕਾਫੀ ਸਮੇਂ ਤੱਕ ਦੇਖੋ ਇਸ ਨੂੰ ਆਰਮਸਟਿਸ ਡੇ ਦੇ ਤੌਰ ਉੱਤੇ ਮਨਾਇਆ ਜਾਂਦਾ ਰਿਹਾ। ਵੱਖ-ਵੱਖ ਨਾਮਾਂ ਹੇਠ ਵੱਖ-ਵੱਖ ਕੰਟਰੀਜ਼ ਦੇ ਵਿੱਚ ਮਨਾਇਆ ਜਾਂਦਾ ਰਿਹਾ। April 1919 ਦੇ ਵਿੱਚ ਆਈਜ਼ੈਕ ਪੈਡਲੋ ਲਿਬਰਲ MP ਸੀ ਜਿਹੜੇ, ਉਹਨਾਂ ਨੇ ਲੈਜਿਸਲੇਸ਼ਨ ਲੈ ਕੇ ਆਂਦੀ ਹਾਊਸ ਆਫ ਕਾਮਨਸ ਦੇ ਵਿੱਚ ਇਸ ਨੂੰ ਹਰ ਸਾਲ ਮਨਾਉਣ ਦੇ ਲਈ ਜੀ ਐਨੂਅਲੀ ਇਸ ਨੂੰ ਦਿਨ ਨੂੰ ਸੈਲੀਬ੍ਰੇਟ ਕਰਨ ਦੇ ਵਾਸਤੇ। ਸੋ ਸਾਰੇ ਜਿਹੜੇ ਹਾਊਸ ਆਫ ਕਾਮਨਸ ਦੇ ਮੈਂਬਰ ਸੀ ਉਹ ਇਸ ਦੇ ਉੱਤੇ ਐਗਰੀ ਹੋਏ ਤੇ ਇਹ ਜਿਹੜੀ ਇਸ ਨੂੰ ਇੱਕ ਐਨੂਅਲ ਛੁੱਟੀ ਦੇ ਤੌਰ ਉੱਤੇ ਜੀ ਇਸ ਨੂੰ ਇੱਕ ਐਨੂਅਲ ਦਿਹਾੜੇ ਦੇ ਤੌਰ ਉੱਤੇ ਮਨਾਇਆ ਜਾਣ ਲੱਗਿਆ, ਆਨਰ ਕਰਨ ਦੇ ਵਾਸਤੇ ਉਹਨਾਂ ਫੌਜੀਆਂ ਨੂੰ ਜਿਨ੍ਹਾਂ ਨੇ ਯੁੱਧ ਦੇ ਵਿੱਚ ਆਪਣੀ ਜਾਨ ਗਵਾਈ ਜੀ। ਸੋ ਹੌਲੀ-ਹੌਲੀ ਇਹ ਦਿਨ ਜਿਹੜਾ ਹੈ ਉਹ ਮਿਥਿਆ ਗਿਆ ਤੇ ਫਿਰ ਇਹਦਾ ਆਰਮਸਟਿਸ ਦਾ ਨਾਮ ਬਦਲ ਕੇ ਰਿਮੈਂਬਰੈਂਸ ਡੇ ਹੋ ਗਿਆ ਤੇ ਇੱਕ ਇਹ ਫੈਡਰਲ ਛੁੱਟੀ, ਫੈਡਰਲ ਹੌਲੀਡੇ ਦੇ ਨਾਮ ਦੇ ਉੱਤੇ ਜੀ ਇੱਕ ਛੁੱਟੀ ਹੋ ਗਈ ਤੇ ਇੱਕ ਲੌਂਗ ਵੀਕਐਂਡ ਬਣ ਗਿਆ। ਫੈਡਰਲ ਸਰਕਾਰ ਨੇ ਇਸ ਨੂੰ ਫੈਡਰਲ ਛੁੱਟੀ ਡਿਕਲੇਅਰ ਕਰ ਦਿੱਤਾ ਜੀ। ਸੋ ਭਾਮ ਸਾਹਿਬ ਇਹ ਤਾਂ ਇਸ ਤਾਰੀਖ ਦਾ ਜਿਹੜਾ ਉਹ ਵਰਣਨ ਹੈ, ਇਸ ਤਰੀਕ ਦਾ ਮਹੱਤਵ ਹੈ, ਕਿਉਂਕਿ ਇਸ ਤਰੀਕ ਨੂੰ ਕਿਉਂ ਰਿਮੈਂਬਰੈਂਸ ਡੇ ਮਨਾਇਆ ਜਾਂਦਾ ਹੈ ਜੀ, 11 ਤਰੀਕ ਨੂੰ ਹੀ ਕਿਉਂ ਤੇ 11 ਵਜੇ ਤੱਕ ਹੀ ਕਿਉਂ ਜੀ। ਸੋ ਇਹ ਸਾਰਾ ਇਸ ਦਾ ਇੱਕ ਮਹੱਤਵ ਹੈ। ਦੂਸਰੀ ਗੱਲ ਜਿਹੜੀ ਪੌਪੀ ਫਲਾਵਰ ਦੀ, ਪੌਪੀ ਫਲਾਵਰ ਦਾ ਜਿਹੜਾ ਸਿੰਬਲ ਬਣ ਜਾਣਾ, ਉਹਦੇ ਪਿੱਛੇ ਵੀ ਇੱਕ ਇਤਿਹਾਸਿਕ ਘਟਨਾ ਹੈ ਵੀ ਪੌਪੀ ਫਲਾਵਰ ਹੀ ਕਿਉਂ ਲਾਇਆ ਜਾਂਦਾ ਹੈ ਜੀ। ਦਰਅਸਲ ਜਿਹੜਾ ਫਲੈਂਡਰਸ ਫੀਲਡ ਹੈ, ਜਿਹੜਾ ਕਿ ਬੈਲਜੀਅਮ ਤੇ ਉੱਤਰੀ ਫਰਾਂਸ ਦਾ ਇੱਕ ਮੈਦਾਨ ਹੈ ਜੀ, ਜਿੱਥੇ ਫਸਟ ਵਰਲਡ ਵਾਰ ਦੇ ਦੌਰਾਨ ਗਹਿ ਗੱਚ ਦੀ ਲੜਾਈ ਹੋਈ ਸੀ। ਉੱਥੇ ਮੋਰਚਾ ਲਗਭਗ ਤੁਸੀਂ ਲਾ ਲਓ ਵੀ ਜੰਗ ਦੇ ਸ਼ੁਰੂ ਹੋਣ ਦੇ ਸਾਰ ਹੀ 1914-15 ਤੋਂ ਲੈ ਕੇ 1918 ਤੱਕ ਉਹ ਜਿਹੜਾ ਸਾਰਾ ਮੋਰਚਾ ਹੈ ਉਹ ਐਕਟਿਵ ਰਿਹਾ ਸੀ। ਉੱਥੇ ਜਿਹੜੀ ਅਸੀਂ ਦੇਖਦੇ ਹਾਂ ਹੁਣ, ਅਸੀਂ ਫਿਲਮਾਂ ਦੇ ਵਿੱਚ ਦੇਖਦੇ ਹਾਂ ਜਾਂ ਪੋਪੂਲਰ ਕਲਚਰ ਦੇ ਵਿੱਚ, ਜਿਹੜੀ ਟ੍ਰੈਂਚ ਵਾਰ ਜੀ, ਫੌਜਾਂ ਕਈ ਸਾਲ ਜਿਹੜੀਆਂ ਉਹ ਟ੍ਰੈਂਚ ਪੱਟ ਕੇ, ਟੋਏ ਪੱਟ ਕੇ ਉਹਨਾਂ ਦੇ ਵਿੱਚ ਉਹ ਲੜਾਈ ਲੜਦੀਆਂ ਰਹਿੰਦੀਆਂ ਸੀ। ਥੋੜੇ ਮੀਟਰ ਅੱਗੇ ਜਾਣ ਦੇ ਵਾਸਤੇ ਵੀ ਗਹਿ ਗੱਚ ਦੀ ਲੜਾਈ ਹੁੰਦੀ ਸੀ, ਬਹੁਤ ਜ਼ਿਆਦਾ ਜਾਨੀ ਨੁਕਸਾਨ ਹੁੰਦਾ ਸੀ। ਸੋ ਇੱਕ ਤਰ੍ਹਾਂ ਦਾ ਡੈਡ ਲੌਕ ਹੋ ਜਾਂਦਾ ਸੀ, ਆਮੋ ਸਾਹਮਣੇ ਫੌਜਾਂ ਰਹਿੰਦੀਆਂ ਸੀ। ਸੋ ਫਲੈਂਡਰ ਫੀਲਡਸ, ਉਹਨਾਂ ਦੇ ਵਿੱਚ ਪੌਪੀ ਉੱਗਦੇ ਸੀ ਜੀ ਨੈਚੁਰਲੀ। ਜਿਹੜਾ ਇਹ ਲਾਲ ਫੁੱਲ ਹੈ, ਜਿਹੜਾ ਪੰਜਾਬੀ ਦੇ ਵਿੱਚ ਤੁਸੀਂ ਸਮਝਦੇ ਹੋ ਵੀ ਪੌਪੀ, ਜਿਹੜਾ ਡੋਡਿਆਂ ਦਾ ਫੁੱਲ ਹੈ ਜਿਹੜਾ ਜੀ। ਸੋ ਉਹ ਨੈਚੁਰਲੀ ਉੱਥੇ ਉੱਗਦੇ ਸੀ ਬੈਲਜੀਅਮ ਤੇ ਨਾਰਥ ਫਰਾਂਸ ਦੇ ਵਿੱਚ। ਉਹ ਇੱਕ ਯੁੱਧ ਦਾ ਮਹਾਜ਼ ਸੀ ਜਿੱਥੇ ਜਰਮਨ ਫੌਜਾਂ ਜਿਹੜੀਆਂ ਉਹ ਫਰਾਂਸ ਦੇ ਉੱਤੇ ਉਧਰ ਉਸ ਪਾਸਿਓਂ ਚੜ੍ਹਾਈ ਕਰ ਰਹੀਆਂ ਸੀ। ਉੱਥੇ ਮੈਂ ਇਸ ਤੇ ਸਪੈਸੀਫਿਕਲੀ ਵੀ ਆਪਾਂ ਗੱਲ ਕਰਾਂਗੇ ਵੀ ਜਿਹੜੀ ਸਿੱਖ ਫੌਜੀਆਂ ਦਾ ਜੀ, ਇੰਡੀਅਨ ਆਰਮੀ ਦਾ ਜਿਹੜਾ ਹਿੱਸਾ ਸਿੱਖ ਫੌਜੀ ਸੀ, ਉਹਨਾਂ ਦਾ ਵੀ ਬੜਾ ਮਹੱਤਵਪੂਰਨ ਰੋਲ ਰਿਹਾ। ਸੋ ਇਸ ਪੌਪੀ ਦੇ ਇਸ ਕੁਰਬਾਨੀ ਦੇ ਵਿੱਚ ਜੀ ਸਿੱਖਾਂ ਦੀ ਜਿਹੜੀ ਕੁਰਬਾਨੀ ਹੈ, ਹਿੱਸੇਦਾਰੀ ਹੈ, ਤੇ ਭਾਰਤੀ ਸੈਨਾ ਦੀ, ਭਾਰਤੀ ਮੂਲ ਦੇ ਹੋਰ ਲੋਕਾਂ ਦੀ ਜਿਹੜੀ ਕੁਰਬਾਨੀ ਹੈ ਉਹ ਵਿੱਚ ਸ਼ਾਮਲ ਹੈ। ਇਸ ਦੇ ਲਾਲ ਰੰਗ ਦੇ ਵਿੱਚ ਜਿਹੜਾ ਲਾਲ ਰੰਗ ਦਾ ਲਹੂ ਭਾਰਤੀ ਮੂਲ ਦੇ ਲੋਕਾਂ ਦਾ ਵੀ ਸ਼ਾਮਲ ਹੈ। ਸੋ ਟ੍ਰੈਂਚ ਵਾਰ ਦੇ ਵਿੱਚ ਉੱਥੇ, ਕਿਉਂਕਿ ਭਾਮ ਸਾਹਿਬ ਇੱਕ ਗੱਲ ਮੈਂ ਹੋਰ ਦੱਸਣਾ ਚਾਹੁੰਦਾ ਜੀ ਵੀ 61,000 ਦੇ ਕਰੀਬ ਜੀ ਕੈਨੇਡੀਅਨ ਸੋਲਜਰਸ ਆ ਜਿਹੜੇ ਉਹ ਸ਼ਹੀਦ ਹੋਏ ਸੀ ਫਸਟ ਵਰਲਡ ਵਾਰ ਦੇ ਵਿੱਚ।
ਸੋ ਏਡੀ ਵੱਡੀ ਕੁਰਬਾਨੀ ਕੈਨੇਡੀਅਨ ਲੋਕਾਂ ਦੀ, ਏਡਾ ਵੱਡਾ ਯੋਗਦਾਨ ਕੈਨੇਡੀਅਨ ਫੋਰਸਸ ਦਾ ਸੀ। ਤੇ ਜਿਹੜੀ ਬੈਟਲ ਆਫ ਯਾਈਪਸ ਹੈ ਤੇ ਜਿਹੜਾ ਇਹ ਫਲੈਂਡਰਸ ਦਾ ਮੋਰਚਾ ਹੈ ਸਾਰਾ, ਇਸ ਦੇ ਵਿੱਚ ਨਿਰਣਾਇਕ ਰੋਲ ਹੈ ਉਹ ਕੈਨੇਡੀਅਨ ਫੋਰਸਸ ਨੇ ਅਦਾ ਕੀਤਾ ਸੀ। ਜਿੱਥੇ ਕੈਨੇਡਾ ਨੂੰ ਪਹਿਲੀ ਵਾਰੀ, ਜਿਹਨੂੰ ਆਪਾਂ ਕਹਿੰਦੇ ਆ ਨਾ ਵੀ ਕਮਿੰਗ ਆਫ ਏਜ, ਇੱਕ ਆਪਣੀ ਅੰਤਰਰਾਸ਼ਟਰੀ ਪਹਿਚਾਣ ਬਣਾਉਣੀ ਕਿਸੇ ਮੁਲਕ ਦੇ ਵੱਲੋਂ, ਕਿਸੇ ਦੇਸ਼ ਦੇ ਵੱਲੋਂ, ਕਿਉਂਕਿ ਕੈਨੇਡਾ ਇੱਕ ਕਾਮਨਵੈਲਥ ਦਾ ਹਿੱਸਾ ਸੀ ਜੀ ਪਹਿਲਾਂ, ਕਾਮਨਵੈਲਥ ਦਾ, ਪਰ ਦੁਨੀਆ ਦੇ ਵਿੱਚ ਇੱਕ ਆਪਣੀ ਪਹਿਚਾਣ ਬਣਾਉਣੀ ਵਿਲੱਖਣ ਜੀ, ਉਹ ਇਸ ਮੋਰਚੇ ਨੇ ਜਿਹੜਾ ਕੈਨੇਡਾ ਨੂੰ ਉਹ ਇਜਾਜ਼ ਦਵਾਇਆ ਸੀ ਜੀ, ਕਿਉਂਕਿ ਕੈਨੇਡੀਅਨ ਫੋਰਸਸ ਉੱਥੇ ਬੜੀ ਬਹਾਦਰੀ ਦੇ ਨਾਲ ਲੜੇ ਸੀ। ਉਸ ਮੋਰਚੇ ਦੇ ਉੱਤੇ ਜਿਹੜਾ ਜਿੱਤ ਪ੍ਰਾਪਤ ਕਰਨ ਦੇ ਵਿੱਚ ਬੜਾ ਵੱਡਾ ਰੋਲ ਅਦਾ ਕੀਤਾ ਸੀ ਜੀ। ਸੋ ਉੱਥੇ ਇੱਕ ਨੈਚੁਰਲੀ ਤੌਰ ਦੇ ਉੱਤੇ ਜਿਹੜਾ ਆਪਾਂ ਦੱਸਿਆ ਵੀ ਪੌਪੀ ਦੇ ਫਲਾਵਰ ਉੱਗਦੇ ਸੀ। ਇੱਕ ਕੈਨੇਡੀਅਨ ਕਵੀ ਦੇ ਵੱਲੋਂ ਕਵਿਤਾ ਲਿਖੀ ਗਈ ਸੀ ਫਲੈਂਡਰ ਫੀਲਡਸ, ਜਿੱਥੇ ਉਹਨੇ ਯੁੱਧ ਦਾ ਦੁਖਾਂਤ, ਕਿਸ ਤਰ੍ਹਾਂ ਯੁੱਧ ਦੇ ਵਿੱਚ ਜਿਹੜੇ ਫੌਜੀ ਹੈ ਉਹ ਆਪਣੀਆਂ ਜਾਨਾਂ ਗਵਾਉਂਦੇ ਹੈ, ਕਿਸ ਤਰ੍ਹਾਂ ਯੁੱਧ ਦੇ ਕਾਰਨ ਇੱਕ ਜਿਹੜਾ ਕੋਝਾ ਚਿਹਰਾ ਹੈ ਇੱਕ ਜੰਗ ਦਾ, ਜੰਗਾਂ ਦੇ ਕਾਰਨ ਭੰਮ ਸਾਹਿਬ ਜਿਸ ਤਰ੍ਹਾਂ ਕਿਹਾ ਜਾਂਦਾ ਹੈ ਕਿ ਜੰਗ ਸਿਰਫ ਕਬਰਸਤਾਨਾਂ ਨੂੰ ਵੱਡੀ ਕਰਦੀ ਹੈ, ਕਿਸ ਤਰ੍ਹਾਂ ਜੰਗ ਦੇ ਵਿੱਚ ਕਬਰਸਤਾਨ ਵੱਡੇ ਹੋ ਰਹੇ ਹੈ, ਕਿਸ ਤਰ੍ਹਾਂ ਉਸ ਮੈਦਾਨ ਦੇ ਵਿੱਚ ਫੌਜੀ ਆਪਣੀ ਜਾਨ ਗਵਾ ਕੇ ਸਪੁਰਦੇ ਖਾਕ ਹੋ ਰਹੇ ਸੀ। ਉਸ ਦੇ ਉੱਤੇ ਇੱਕ ਕਵਿਤਾ ਲਿਖੀ ਫਲੈਂਡਰ ਫੀਲਡਸ, ਜਿਹੜੀ ਕਿ ਬਹੁਤ ਮਸ਼ਹੂਰ ਹੋਈ, ਅੱਜ ਵੀ ਸਿਲੇਬਸ ਦਾ ਹਿੱਸਾ ਹੈ ਜੀ। ਸੋ ਉਹ ਸਾਰਾ ਇੱਕ ਪੌਪੀ ਦਾ ਫਲਾਵਰ, ਹੌਲੀ ਹੌਲੀ ਜਿਹੜਾ ਪੌਪੀ ਦਾ ਫਲਾਵਰ ਹੈ ਉਸ ਨੂੰ ਫਲੈਂਡਰ ਫੀਲਡਸ ਨੂੰ ਯਾਦ ਕਰਨ ਦੇ ਲਈ ਇੱਕ ਸਿੰਬਲ ਬਣ ਗਿਆ। ਲੋਕ ਉਸ ਨੂੰ ਕੋਟ ਦੇ ਉੱਤੇ ਲਗਾਉਣ ਲੱਗ ਗਏ ਤੇ ਉਹ ਇੱਕ ਪੌਪੂਲਰ ਕਲਚਰ ਦਾ ਹਿੱਸਾ ਬਣ ਗਿਆ ਜੀ। ਹੌਲੀ ਹੌਲੀ ਜਿਹੜਾ ਉਸ ਦੀ ਵਰਤੋਂ ਹੈ ਉਹ ਪ੍ਰਚਲਿਤ ਹੋ ਗਈ ਤੇ ਸਾਰੇ ਕਾਮਨਵੈਲਥ ਦੇ ਵਿੱਚ ਉਸ ਨੂੰ ਫੌਜੀਆਂ ਨੂੰ, ਆਪਣੀ ਜਾਨ ਗਵਾ ਚੁੱਕੇ ਫੌਜੀਆਂ ਨੂੰ ਯਾਦ ਕਰਨ ਦੇ ਵਾਸਤੇ ਉਸ ਨੂੰ ਇਸਤੇਮਾਲ ਕੀਤਾ ਜਾਣ ਲੱਗਾ ਜੀ। ਹੁਣ ਤੁਸੀਂ ਦੇਖਦੇ ਹੋ ਕਿ ਵੱਡੇ ਪੱਧਰ ਦੇ ਉੱਤੇ ਪੌਪੀ ਫਲਾਵਰ ਹੈ ਕੈਨੇਡਾ ਦੇ ਵਿੱਚ ਵੀ ਲਾਉਂਦੇ ਆ, ਤੇ ਮੈਂ ਸਗੋਂ ਇਹ ਅਪੀਲ ਵੀ ਕਰਨਾ ਚਾਹੁੰਦਾ ਕਿ ਜਿਹੜੇ ਲੋਕ ਨਹੀਂ ਵੀ ਲਾਉਂਦੇ, ਜਿਹੜੀਆਂ ਸਾਡੀਆਂ ਲੀਜਨਸ ਨੇ ਫੌਜ ਦੀਆਂ, ਉਹ ਇੱਕ ਫੰਡ ਰੇਜ਼ਿੰਗ ਵੀ ਪੌਪੀ ਫਲਾਵਰ ਦੇ ਰਾਹੀਂ ਚਲਾਉਂਦੀਆਂ ਨੇ। ਜੇ ਅਸੀਂ $2 ਉਸ ਡੱਬੇ ਦੇ ਵਿੱਚ ਪਾ ਕੇ ਫੌਜੀਆਂ ਦੇ ਜਿਹੜੇ ਭਲੇ ਦੇ ਲਈ, ਜਿਨ੍ਹਾਂ ਨੇ ਆਪਣਾ ਜਾਨ ਦਾ ਤੇ ਲਾਉਂਦੇ ਨੇ ਆਪਣੇ ਮੁਲਕ ਦੀ ਖਾਤਰ, ਸਾਡੀਆਂ ਜਿਹੜੀਆਂ ਆਜ਼ਾਦੀਆਂ ਨੇ, ਅਸੀਂ ਜਿਨ੍ਹਾਂ ਨੂੰ ਆਜ਼ਾਦੀਆਂ ਦਾ ਨਿੱਘ ਮਾਣਦੇ ਹਾਂ ਜੀ, ਉਹਨਾਂ ਆਜ਼ਾਦੀਆਂ ਦੀ ਰਖਵਾਲੀ ਦੇ ਖਾਤਰ ਕੋਈ ਨਾ ਕੋਈ ਕਿਸੇ ਨਾ ਕਿਸੇ ਸਰਹੱਦ ਦੇ ਉੱਤੇ ਲੜ ਰਿਹਾ ਜੀ। ਕਿਸੇ ਉਸ ਵੇਲੇ ਦੇਖੋ ਜਰਮਨੀ ਸੀ, ਸੈਕੰਡ ਵਰਲਡ ਵਾਰ ਦੇ ਵਿੱਚ ਵੀ ਫਾਸਿਸਟ ਤੇ ਨਾਜ਼ੀ ਤਾਕਤਾਂ ਜਿਹੜੀਆਂ ਦੁਨੀਆ ਦੇ ਚਿਹਰੇ ਦੇ ਉੱਤੋਂ ਡੈਮੋਕ੍ਰੈਟਿਕ ਮੁਲਕਾਂ ਦਾ ਜਿਹੜਾ ਨਾਮੋ ਨਿਸ਼ਾਨ ਮਿਟਾਉਣਾ ਚਾਹੁੰਦੀਆਂ ਸੀ। ਸੋ ਡੈਮੋਕ੍ਰੇਸੀ ਨੂੰ, ਇੱਕ ਵੇ ਆਫ ਲਾਈਫ ਨੂੰ ਪ੍ਰੋਟੈਕਟ ਕਰਨ ਦੇ ਵਾਸਤੇ ਉਹਨਾਂ ਫੌਜੀ ਵੀਰਾਂ ਨੇ ਆਪਣੀਆਂ ਕੁਰਬਾਨੀਆਂ ਦਿੱਤੀਆਂ। ਇਸੇ ਤਰ੍ਹਾਂ ਅੱਜ ਵੀ ਕੈਨੇਡੀਅਨ ਫੋਰਸਿਸ ਵੱਖ-ਵੱਖ ਮੋਰਚਿਆਂ ਦੇ ਉੱਤੇ ਲੜਾਈ ਲੜਦੀਆਂ ਨੇ, ਚਾਹੇ ਉਹ ਇਰਾਕ ਹੋਵੇ, ਚਾਹੇ ਅਫਗਾਨਿਸਤਾਨ ਹੋਵੇ, ਚਾਹੇ UNO ਦੇ ਪੀਸ ਕੀਪਿੰਗ ਮਿਸ਼ਨਸ ਹੋਣ। ਉਹ ਲੜ ਰਹੇ ਹੈ ਇੱਕ ਗ੍ਰੇਟਰ ਗੁੱਡ ਦੇ ਵਾਸਤੇ, ਇੱਕ ਚੰਗੇ ਸਮਾਜ ਦੇ ਵਾਸਤੇ, ਆਪਣੀਆਂ ਆਜ਼ਾਦੀਆਂ ਨੂੰ ਦੁਨੀਆ ਦੇ ਵਿੱਚ ਜੀ ਬਚਾਉਣ ਦੇ ਵਾਸਤੇ। ਸੋ ਜੇ ਉਹਨਾਂ ਦੇ ਲਈ ਅਸੀਂ ਘੱਟੋ ਘੱਟ ਉਹਨਾਂ ਦੀ ਯਾਦ ਦੇ ਵਿੱਚ ਜੀ ਉਹਨਾਂ ਨੂੰ ਸਨਮਾਨਿਤ ਕਰਨ ਦੇ ਵਾਸਤੇ, ਉਹਨਾਂ ਨੂੰ ਰਿਮੈਂਬਰ ਕਰਨ ਦੇ ਵਾਸਤੇ ਅਸੀਂ ਘੱਟੋ ਘੱਟ ਇਹਨਾਂ ਦਾ ਕਰ ਸਕਦੇ ਹਾਂ ਨਾ ਵੀ ਲੀਜਨ ਦੇ ਬਕਸੇ ਦੇ ਵਿੱਚ $2 ਪਾ ਕੇ ਇੱਕ ਪੌਪੀ ਦਾ ਫਲਾਵਰ ਚੱਕ ਕੇ ਅਸੀਂ ਉਸ ਨੂੰ 11 ਤਰੀਕ ਤੱਕ ਸੁਸ਼ੋਭਿਤ ਕਰੀਏ ਜੀ ਆਪਣੇ ਕੋਟ ਦੇ ਉੱਤੇ ਜਾਂ ਆਪਣੇ ਕੱਪੜਿਆਂ ਦੇ ਉੱਤੇ ਜੀ, ਤੇ ਅਸੀਂ ਪਾ ਕੇ ਉਸ ਨੂੰ ਬਾਹਰ ਨਿਕਲੀਏ। ਭਾਮ ਸਾਹਿਬ, ਇਹ ਖੇਤ ਦੇ ਨਾਲ ਕਹਿਣਾ ਪੈਂਦਾ ਵੀ ਸਾਡੇ ਵਿੱਚ ਇਹਨਾਂ ਚੀਜ਼ਾਂ ਦੀ ਕਮੀ ਹੈ। ਬਿਲਕੁਲ। ਕੈਨੇਡਾ ਦੇ ਵਿੱਚ ਇਹ ਇੱਕ ਕੈਨੇਡੀਅਨ ਕਲਚਰ ਦਾ ਹਿੱਸਾ ਹੈ, ਜਿਸ ਦਾ ਇੱਕ ਕੈਨੇਡੀਅਨ ਇਤਿਹਾਸ ਦੇ ਵਿੱਚ, ਕੈਨੇਡੀਅਨ ਸੋਚ ਦੇ ਵਿੱਚ, ਕੈਨੇਡੀਅਨ ਪੌਪੂਲਰ ਕਲਚਰ ਦੇ ਵਿੱਚ ਜਿਹੜਾ ਇੱਕ ਬਹੁਤ ਵੱਡਾ ਲੈਂਡਮਾਰਕ ਹੈ ਫਲੈਂਡਰਸ ਫੀਲਡ। ਮੈਂ ਦੇਖਿਆ ਪ੍ਰਚਾਰ ਦੀ ਵੀ ਘਾਟ ਜਿਹੜੀ ਹੈ ਉਹਦੇ ਕਰਕੇ ਲੋਕਾਂ ਨੂੰ ਬਹੁਤ ਜਾਣਕਾਰੀ ਨਹੀਂ ਹੈ ਵੀ ਇਹ ਫੁੱਲ ਜਿਹੜਾ ਹੈ ਕਿਉਂ ਲਾਇਆ ਗਿਆ,
ਇਹਦਾ ਕੀ ਕਾਰਨ ਹੈ? ਕਿਉਂਕਿ ਅਸੀਂ ਅਕਸਰ ਦੇਖਦੇ ਹਾਂ ਲੀਡਰਾਂ ਦੇ ਵੀ ਲੱਗੇ ਦੇਖਦੇ ਹਾਂ, ਚਾਹੇ ਉਹ ਪ੍ਰਧਾਨ ਮੰਤਰੀ ਹੋਣ, ਚਾਹੇ ਉਹ ਆਪੋਜੀਸ਼ਨ ਦੇ ਲੀਡਰ ਹੋਣ, ਉਹਨਾਂ ਦੇ ਵੀ ਲੱਗੇ ਦੇਖੇ ਹੈ, ਮੈਂ ਤੁਹਾਡੇ ਵੀ ਲੱਗਿਆ ਦੇਖਿਆ ਜੀ। ਔਰ ਪਰ ਲੇਕਿਨ ਜਾਣਕਾਰੀ ਜਿਹੜੀ ਹੈ ਉਹਦੀ ਘਾਟ ਲੋਕਾਂ ਦੇ ਵਿੱਚ ਜ਼ਰੂਰ ਹੈਗੀ ਹੈ, ਔਰ ਇਹਦੇ ਵਾਸਤੇ ਕੋਈ ਸਰਕਾਰ ਵੱਲੋਂ ਵੀ ਕੋਈ ਇਸ ਤਰ੍ਹਾਂ ਦਾ ਮੈਂ ਉਦਮ ਨਹੀਂ ਦੇਖਿਆ ਜਿਹੜਾ ਕਿ ਲੋਕਾਂ ਨੂੰ ਦੱਸ ਸਕੇ ਕਿ ਇਹਦਾ ਮਹੱਤਵ ਕੀ ਹੈ। ਭਾਮ ਸਾਹਿਬ, ਇਸੇ ਵਾਸਤੇ ਅਸੀਂ ਤੇ ਤੁਸੀਂ ਜੀ ਇੱਥੇ ਬਹਿ ਕੇ ਅੱਜ ਆਪਣਾ ਸਟੂਡੀਓ ਦੇ ਵਿੱਚ ਆਪਣੀ ਜ਼ਿੰਮੇਵਾਰੀ ਦਾ ਜਿਹੜਾ ਜੀ ਉਹ ਆਪਾਂ ਪਾਲਣਾ ਕਰ ਰਹੇ ਹਾਂ। ਬਿਲਕੁਲ। ਹੁਣ ਇੱਥੇ ਭਾਮ ਸਾਹਿਬ ਇੱਕ ਹੋਰ ਬੜਾ ਮਹੱਤਵਪੂਰਨ ਪਹਿਲੂ ਹੈ ਰਿਮੈਂਬਰੈਂਸ ਡੇ ਦਾ। ਜੀ, ਰਿਮੈਂਬਰੈਂਸ ਡੇ ਦੇ ਵਿੱਚ ਸਿੱਖਾਂ ਦਾ, ਕੈਨੇਡੀਅਨ ਸਿੱਖਾਂ ਦਾ ਜੀ ਅਤੇ ਭਾਰਤੀ ਮੂਲ ਦੇ ਲੋਕਾਂ ਦਾ ਕੀ ਯੋਗਦਾਨ ਹੈ, ਉਸ ਦੇ ਬਾਰੇ ਵੀ ਅਸੀਂ ਚਰਚਾ ਕਰਾਂਗੇ। ਇਹਦੇ ਬਾਰੇ ਵੀ ਅਸੀਂ ਗੱਲ ਕਰ ਰਹੇ ਸੀ। ਰਿਮੈਂਬਰੈਂਸ ਡੇ ਦੇ ਵਿੱਚ ਸਿੱਖਾਂ ਦੀ ਜਾਂ ਭਾਰਤੀ ਭਾਈਚਾਰੇ ਦਾ ਯੋਗਦਾਨ ਜਿਹੜਾ ਉਹ ਕਿਸ ਤਰ੍ਹਾਂ ਦਾ ਰਿਹਾ? ਜੀ ਗਿੱਲ ਸਾਹਿਬ। ਭਾਮ ਸਾਹਿਬ, ਪਹਿਲਾਂ ਤਾਂ ਗੱਲ ਕਰੀਏ ਕੈਨੇਡੀਅਨ ਸਿੱਖਾਂ ਦੀ। ਜੀ, ਸੋ ਉਸ ਵੇਲੇ ਫਸਟ ਵਰਲਡ ਵਾਰ 1914 ਦੇ ਵਿੱਚ ਸ਼ੁਰੂ ਹੁੰਦੀ ਹੈ ਤੇ ਕੈਨੇਡਾ ਦੇ ਵਿੱਚ ਭਾਰਤੀ ਮੂਲ ਦਾ ਭਾਈਚਾਰਾ ਤੇ ਸਿੱਖ ਭਾਈਚਾਰਾ ਬੜਾ ਹੀ ਨਵਾਂ ਸੀ ਉਦੋਂ। ਜੀ, 1897 ਦੇ ਕਰੀਬ ਆਉਣੇ ਸ਼ੁਰੂ ਹੋਏ ਸੀ। ਉਹਨਾਂ ਦੇ ਵਿੱਚੋਂ ਅੱਜ ਵੀ ਪ੍ਰਾਈਵੇਟ ਬੱਕਮ ਸਿੰਘ, ਜਿਨ੍ਹਾਂ ਦਾ ਅਸੀਂ ਨਾਮ ਸੁਣਦੇ ਹਾਂ, ਜਿਨ੍ਹਾਂ ਦੀ ਗ੍ਰੇਵ ਹੈ ਜੀ, ਇੱਕ ਉਹਨਾਂ ਦੀ ਕਬਰ ਬਣਾਈ ਗਈ ਹੈ ਬਕਾਇਦਾ। ਉਹ 9 ਸਿਪਾਹੀ ਸਿੱਖ ਮੂਲ ਦੇ ਜਿਹੜੇ ਉਹ ਐਨਲਿਸਟ ਹੋਏ ਸੀ ਵਰਲਡ ਵਾਰ 1 ਦੇ ਵਿੱਚ ਕੈਨੇਡੀਅਨ ਫੋਰਸਿਸ ਦੇ ਵਿੱਚ। ਸੋ ਉਸ ਵੇਲੇ ਤੋਂ ਹਰੇਕ ਕੰਮ ਦੇ ਵਿੱਚ, ਚਾਹੇ ਉਹ ਕੈਨੇਡਾ ਦੀ ਡਿਫੈਂਸ ਹੋਵੇ, ਭਾਰਤੀ ਮੂਲ ਦਾ ਭਾਈਚਾਰਾ, ਸਿੱਖ ਭਾਈਚਾਰਾ ਹੁਮ ਹਮਾ ਕੇ ਹਿੱਸਾ ਲੈਂਦਾ ਰਿਹਾ। ਸੋ ਪ੍ਰਾਈਵੇਟ ਬੱਕਮ ਸਿੰਘ ਨੇ ਉਸ ਵੇਲੇ ਫਸਟ ਵਰਲਡ ਵਾਰ ਦੇ ਵਿੱਚ ਆਪਣਾ ਬਲਿਦਾਨ ਦਿੱਤਾ ਜੀ। ਉਹਨਾਂ ਨੂੰ ਅੱਜ ਵੀ ਰਿਮੈਂਬਰੈਂਸ ਡੇ ਦੀ ਜਿਹੜੀ ਸੈਰੇਮਨੀ ਹੈ ਉਸ ਦੇ ਵਿੱਚ ਯਾਦ ਕੀਤਾ ਜਾਂਦਾ ਹੈ ਜੀ। ਬਾਕੀ ਜੇ ਮੈਂ ਗੱਲ ਕਰਾਂ ਇੰਡੀਅਨ ਆਰਮੀ ਨੇ ਇੱਕ ਡਿਸਾਈਸਿਵ ਰੋਲ ਅਦਾ ਕੀਤਾ ਸੀ ਜੀ। ਫਲੈਂਡਰ ਫੀਲਡਸ ਦੇ ਯਾਈਪਸ ਦਾ ਜਿਹੜਾ ਸਾਰਾ ਉਹ ਮੋਰਚਾ ਸੀ ਬੈਲਜੀਅਮ ਤੇ ਫਰਾਂਸ ਵਾਲੇ ਫਰੰਟ ਦੇ ਉੱਤੇ, ਜਿਸ ਦਾ ਸਿੱਖ ਵੀ ਇੱਕ ਹਿੱਸਾ ਸਨ ਤੇ ਹੋਰ ਵੀ ਜਿਹੜਾ ਪੰਜਾਬੀ ਭਾਈਚਾਰਾ ਉਹ ਹਿੱਸਾ ਸੀ। ਸਰਹੰਦ ਬ੍ਰਿਗੇਡ, ਫਿਰੋਜ਼ਪੁਰ ਬ੍ਰਿਗੇਡ, ਲਾਹੌਰ ਬ੍ਰਿਗੇਡ ਜੀ, ਸਾਰਾ ਹੀ ਉੱਥੇ ਸ਼ਾਮਲ ਸੀ। ਅੱਛਾ ਅੱਛਾ। 1914 ਤੋਂ ਲੈ ਕੇ ਜਿਹੜੀਆਂ ਕੈਨੇਡੀਅਨ ਤੇ ਹੋਰ ਐਲਾਈਡ ਫੋਰਸਿਸ ਆ ਉਹ ਤਾਂ ਉੱਥੇ ਬਾਅਦ ਵਿੱਚ ਪਹੁੰਚਦੀਆਂ ਨੇ, ਪਰ ਪੰਜਾਬੀਆਂ ਨੇ 1914-15 ਤੋਂ ਹੀ ਉੱਥੇ ਮੋਰਚਾ ਬੰਨ੍ਹ ਕੇ ਰੱਖਿਆ ਹੋਇਆ ਸੀ। ਜਿਹੜੀ ਗਹਿ ਗੱਚ ਦੀ ਲੜਾਈ ਜਰਮਨ ਫੋਰਸਿਸ ਦੇ ਨਾਲ ਉਹ ਇੰਡੀਅਨ ਆਰਮੀ ਨੇ ਕੀਤੀ ਉੱਥੇ, ਜਿਹੜਾ ਉਸ ਵੇਲੇ ਬ੍ਰਿਟਿਸ਼ ਐਮਪਾਇਰ ਦਾ ਹਿੱਸਾ ਸੀ ਜੀ, ਜਿਸ ਦੇ ਵਿੱਚ ਉਹ ਲਾਹੌਰ ਬ੍ਰਿਗੇਡ, ਸਰਹੰਦ ਬ੍ਰਿਗੇਡ, ਫਿਰੋਜ਼ਪੁਰ ਬ੍ਰਿਗੇਡ ਜੀ, ਈਵਨ ਕੈਮੀਕਲ ਵੈਪਨਸ ਦਾ ਸਾਹਮਣਾ ਕੀਤਾ ਜੀ। ਕੈਮੀਕਲ ਹਥਿਆਰਾਂ ਦਾ ਇਸਤੇਮਾਲ ਜਰਮਨ ਫੋਰਸਿਸ ਕਰਦੀਆਂ ਸੀ, ਹੈਵੀ ਆਰਟਲਰੀ ਦਾ ਇਸਤੇਮਾਲ ਜਰਮਨ ਫੋਰਸਿਸ ਕਰਦੀਆਂ ਸੀ। ਉਹਨਾਂ ਸਭ ਦਾ ਇਹਨਾਂ ਮਾਰੂ ਹਥਿਆਰਾਂ ਦੇ ਅੱਗੇ ਪੰਜਾਬੀ ਡਟੇ ਰਹੇ ਤੇ ਯੁੱਧ ਦੇ ਵਿੱਚ ਜੇ ਉਹ ਮੋਰਚਾ ਇੰਨਾ ਡਿਸਾਈਸਿਵ ਸੀ, ਜੇ ਜਰਮਨ ਉਹ ਮੋਰਚਾ ਤੋੜ ਕੇ ਅੱਗੇ ਲੰਘ ਜਾਂਦੇ ਤਾਂ ਫਸਟ ਵਰਲਡ ਵਾਰ ਦਾ ਅੰਤ ਹੋ ਜਾਂਦਾ। ਐਡਾ ਬੜਾ ਐਲਾਈਡ ਫੋਰਸਿਸ ਦੇ ਉੱਤੇ ਉਹ ਬਲੋ ਹੁੰਦਾ, ਐਡਾ ਤਕੜਾ, ਜਿਹੜਾ ਫਰਾਂਸ ਤੇ ਬੈਲਜੀਅਮ ਵਾਲਾ ਮੋਰਚਾ, ਜੇ ਜਰਮਨ ਜਿੱਤ ਜਾਂਦੇ ਜੀ। ਸੋ ਇੱਥੇ ਕੈਨੇਡੀਅਨ ਫੋਰਸਿਸ ਦੇ ਨਾਲ, ਕੈਨੇਡੀਅਨ ਭਾਈਚਾਰੇ ਦੇ ਨਾਲ ਪੰਜਾਬੀ ਭਾਈਚਾਰੇ ਨੇ, ਭਾਰਤੀ ਭਾਈਚਾਰੇ ਨੇ, ਸਿੱਖ ਭਾਈਚਾਰੇ ਨੇ ਇੱਕ ਡਿਸਾਈਸਿਵ ਰੋਲ ਅਦਾ ਕੀਤਾ। ਵੈਸਟਰਨ ਜਿਹੜੀਆਂ ਐਲਾਈਡ ਪਾਵਰ ਸੀ, ਡੈਮੋਕ੍ਰੈਟਿਕ ਫੋਰਸਿਸ ਸੀ ਜੀ, ਉਹਨਾਂ ਦੀ ਜਿੱਤ ਸੁਨਿਸ਼ਚਿਤ ਬਣਾਉਣ ਤੇ ਉਹਨਾਂ ਦੀ ਹੋਂਦ ਬਚਾਉਣ ਦੇ ਵਿੱਚ। ਸੋ ਅਸੀਂ ਬੜੇ ਮਾਣ ਦੇ ਨਾਲ ਇਹ ਗੱਲ ਕਹਿ ਸਕਦੇ ਹਾਂ ਕਿ ਇਸ ਸਮਾਜ ਨੂੰ ਬਚਾਉਣ ਦੇ ਵਿੱਚ, ਇਸ ਸਮਾਜ ਨੂੰ ਪ੍ਰਫੁੱਲਤ ਕਰਨ ਦੇ ਵਿੱਚ ਸਾਡੇ ਲੋਕਾਂ ਦਾ, ਸਾਡੇ ਬਜ਼ੁਰਗਾਂ ਦਾ ਬਹੁਤ ਵੱਡਾ ਯੋਗਦਾਨ ਹੈ, ਜਿਸ ਯੋਗਦਾਨ ਨੂੰ ਸ਼ਾਇਦ ਨਜ਼ਰਅੰਦਾਜ਼ ਕੀਤਾ ਗਿਆ ਕਿਉਂਕਿ ਉਸ ਵੇਲੇ ਕਲੋਨੀਅਲ ਸਰਕਾਰਾਂ ਸੀ, ਉਹ ਨਹੀਂ ਸੀ ਚਾਹੁੰਦੀਆਂ। ਉਹਦੇ ਵਿੱਚ ਇੱਕ ਰੇਸਿਸਟ ਐਟੀਟਿਊਡ ਵੀ ਸੀ, ਰੇਸ਼ੀਅਲ ਸੁਪੀਰੀਓਰਿਟੀ ਦਿਖਾਉਣ ਦਾ ਐਟੀਟਿਊਡ ਸੀ। ਪਰ ਮੈਦਾਨੇ ਜੰਗ ਦੇ ਵਿੱਚ ਜੋ ਜੌਹਰ ਪੰਜਾਬੀਆਂ ਨੇ ਦਿਖਾਏ, ਉਸ ਨੂੰ ਦੇਖਦੇ ਹੋਏ ਦੁਨੀਆ ਦੇ ਵਿੱਚ ਫਰਾਂਸ ਦੇ ਮੋਰਚੇ ਦੀ ਚਰਚਾ ਹੋਈ ਜੀ ਤੇ ਇੱਕ ਨਾਮ ਸਿੱਖ ਭਾਈਚਾਰੇ ਨੇ, ਪੰਜਾਬੀ ਭਾਈਚਾਰੇ ਨੇ ਆਪਣਾ ਬਣਾਇਆ।
ਸੋ ਅੱਜ ਵੀ ਅਸੀਂ ਕੈਨੇਡੀਅਨ ਸੁਸਾਇਟੀ ਦੇ ਵਿੱਚ ਇਹ ਬੜੇ ਮਾਣ ਨਾਲ ਕਹਿ ਸਕਦੇ ਕਿ ਜਿੱਥੇ ਵੀ ਕਾਮਨਵੈਲਥ ਨੂੰ ਲੋੜ ਪਈ, ਫਸਟ ਵਰਲਡ ਵਾਰ, ਸੈਕੰਡ ਵਰਲਡ ਵਾਰ, ਉੱਥੇ ਸਾਡੇ ਬਜ਼ੁਰਗਾਂ ਨੇ ਆਪਣੀ ਕੁਰਬਾਨੀਆਂ ਦਿੱਤੀਆਂ, ਆਪਣਾ ਕੰਟਰੀਬਿਊਸ਼ਨ ਦਿੱਤਾ ਤੇ ਦੋਨਾਂ ਹੀ ਵਰਲਡ ਵਾਰਸ ਦਾ ਰੁੱਖ ਬਦਲਣ ਦੇ ਵਿੱਚ ਇੰਡੀਅਨ ਆਰਮੀ ਦਾ ਬਹੁਤ ਵੱਡਾ ਯੋਗਦਾਨ, ਵੱਡਾ ਰੋਲ ਰਿਹਾ। ਸੋ ਅਸੀਂ ਬੜੇ ਮਾਣ ਨਾਲ ਇਹ ਗੱਲ ਕੈਨੇਡਾ ਦੇ ਵਿੱਚ ਰਹਿੰਦੇ ਹੋਏ ਕਹਿ ਸਕਦੇ ਹਾਂ ਕਿ ਜਿਹੜਾ ਸਾਡਾ ਭਾਈਚਾਰਾ ਹੈ ਉਸ ਦਾ ਬ੍ਰੌਡਰ ਕੈਨੇਡੀਅਨ ਸੁਸਾਇਟੀ ਦੇ ਵਿੱਚ ਤੇ ਕਾਮਨਵੈਲਥ ਦੇ ਵਿੱਚ ਬੜਾ ਨਿਰਣਾਇਕ ਰੋਲ ਅਦਾ ਕੀਤਾ ਤੇ ਅਸੀਂ ਉਸੇ ਮੁਤਾਬਕ ਇੱਜ਼ਤ ਮਾਣ ਦੇ ਹੱਕਦਾਰ ਵੀ ਹਾਂ। ਬਿਲਕੁਲ ਜੀ।